ਤੁਹਾਨੂੰ ਅੱਲਾ ਨੇ ਬੜੀ ਦੇਰ ਦਾ ਚੁੱਕ ਲੈਣਾ, ਵਾਲਾਂ ਨੂੰ ਨਹੀਂ ਹੱਥ ਪੈ ਰਿਹਾ। ਮੈਂ ਕਿਹਾ ਸਜਾ ਸਾਹਿਬ ਤੁਸੀਂ ਮੁੰਨੇ ਦੀ ਨਾ ਤਨਖਾਹ ਲਓ। ਮੈਂ ਉਹਨਾਂ ਨੇ ਕੀਤੇ ਭਾਵੇਂ 4-5 ਪ੍ਰੋਗਰਾਮ, 1 ਰੁਪਈਆ ਨਹੀਂ ਮੈਨੂੰ ਦਿੱਤਾ। ਹੁਣ ਮੈਂ ਤੁਹਾਨੂੰ ਇੱਕ ਗਾਣਾ ਸੁਣਾਵਾਂਗਾ, ਮੈਂ ਆਪ ਫਨੀ ਬਣਾਇਆ ਸੀ। ਜਾਣੇ ਨਾ ਏ ਤੂੰ ਮੇਰੀ ਰੋਜ਼ੀ ਹਵਾਈ ਮੈਨੂੰ ਮੋੜ ਦੇ। ਸਰ ਪਹਿਲੇ ਸਾਡਾ ਝਾਲ ਚੌਂਕ 'ਚ ਮੈਂ ਆਪਣੇ ਅੱਬੂ ਦੇ ਨਾਲ ਪਰਾਠਿਆਂ ਦਾ ਕੰਮ ਅਸੀਂ ਕਰਦੇ ਸੀ, ਅਤੇ ਦੁੱਧ ਦਹੀਂ ਪਰਾਠੇ ਉਹ ਸਾਰਾ ਕੰਮ ਸੀ, ਅਤੇ ਸਾਰੇ ਫਨਕਾਰ ਉੱਥੇ। ਅਤੇ ਇੱਦਾਂ ਮੈਨੂੰ ਸ਼ੌਕ ਪੈਦਾ ਹੋ ਗਿਆ ਉਹਨਾਂ ਨੂੰ ਜੁਗਤਾਂ ਕਰ ਕਰਕੇ, ਅਤੇ ਮੈਨੂੰ ਸਾਰੀਆਂ ਜ਼ਿਹਨ ਦੇ ਵਿੱਚ ਯਾਦ ਹੋ ਗਈਆਂ। ਅਤੇ ਮੈਂ ਮਾਰ ਵੀ ਬਹੁਤ ਖਾਧੀ ਜੁਗਤਾਂ ਦੀ ਵਜ੍ਹਾ ਤੋਂ। ਹੋਰ ਕਿ ਮੈਂ ਸਾਈਕਲ ਚੁੱਕਿਆ ਸੀ ਕਿਸੇ ਦਾ ਮਹੱਲੇ 'ਚ। ਇਹ ਬੇਸਿਕਲੀ ਤਾਂ ਇੱਦਾਂ ਹੀ ਪਰਾਠੇ ਖਾਣ ਦੇ ਨਾਲ ਇਹਨਾਂ ਨੇ ਕਹਿਣਾ ਯਾਰ ਚੱਲ ਜੁਗਤ ਤਾਂ ਸੁਣਾ। ਇਹ ਫਨਕਾਰਾਂ ਕੋਲ ਮੈਂ ਸਿੱਖੀਆਂ ਜੁਗਤਾਂ ਸਾਰੀਆਂ, ਨਹੀਂ ਤਾਂ ਪਹਿਲੇ ਮੈਨੂੰ ਕੋਈ ਸ਼ੌਕ ਨਹੀਂ ਸੀ। ਮੈਂ ਡਰਾਮੇ ਕਰਾਂ, ਵੇਖਣ ਦਾ ਸ਼ੌਕ ਸੀ ਡਰਾਮੇ। ਇਸ ਕਰਕੇ ਨਾ ਮੈਂ ਜੁਗਤਾਂ ਫਿਰ ਤਿਆਰ ਕੀਤੀਆਂ ਉਹੀ ਪੁਰਾਣੀਆਂ, ਅਤੇ ਉਹ ਕਰਤੀਆਂ ਮੈਂ। ਮੈਂ ਕੈਸਰ ਬੀਆ ਸਾਹਿਬ, ਜ਼ਫਰੀ ਖਾਨ ਸਾਹਿਬ, ਸਰਦਾਰ ਕਮਾਲ ਸਾਹਿਬ, ਤਾਰਕ ਕਮਾਲ ਸਾਹਿਬ, ਸਾਰੇ ਫਨਕਾਰ ਸੁਪਰਸਟਾਰ ਸਾਰੇ, ਸਾਜਨ ਬਾਦ ਸਾਹਿਬ। ਇੱਕ ਕੈਸਰ ਬੀਆ ਸਾਹਿਬ ਹੈ ਅਤੇ ਇੱਕ ਜ਼ਫਰੀ ਖਾਨ ਸਾਹਿਬ। ਪਸੰਦ ਉਹਨਾਂ ਦਾ ਰਵੱਈਆ ਬਹੁਤ ਅੱਛਾ ਹੈ, ਅਤੇ ਉਸ ਛੋਟੇ ਐਕਟਰਾਂ ਦੇ ਨਾਲ ਪਿਆਰ ਕਰਦੇ ਆ। ਪਹਿਲੇ ਉਹਨਾਂ ਨੂੰ ਮੈਂ ਮੇਕਅਪ ਕੀਤਾ, ਅਤੇ ਫਿਰ ਭਾਜੀ ਮੈਂ ਜੁਗਤਾਂ ਤਿਆਰ ਕੀਤੀਆਂ ਸਾਰੀਆਂ। ਨਹੀਂ ਉਹ ਜਿਹੜਾ ਬੇਸ ਬੂਸ ਲਾ ਕੇ ਨਹੀਂ, ਬੇਬੀ ਕੋ ਬੇਸ ਪਸੰਦ ਹੈ ਉਹ। ਅਤੇ ਇੱਕ ਮੇਰਾ ਬੜਾ ਪਿਆਰਾ ਭਰਾ ਵਾ ਮੇਰਾ, ਅਤੇ ਮੈਂ ਉਹਨਾਂ ਦਾ ਨਾਂ ਜ਼ਰੂਰ ਲੈਣਾ ਚਾਹਾਂਗਾ, ਅਫਜ਼ਲ ਜਮਾਲ ਸਾਹਿਬ। ਉਹਨਾਂ ਦਾ ਇਸ ਕੰਮ ਦੇ ਪਿੱਛੇ ਮੇਰਾ ਬਹੁਤ ਹੱਥ ਦਿੱਤਾ। ਹਸਨੈਨ ਕਮਾਲ ਇੱਕ ਮੁੰਡਾ ਡਰਾਮਾ ਐਕਟਰ ਆ, ਉਹਨੇ, ਅਤੇ ਉਹਨੇ ਅਫਜ਼ਲ ਜਮਾਲ ਹੈ ਅਤੇ ਤਾਰਕ ਕਮਾਲ ਹੈ, ਉਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਇਸ ਵਿੱਚ। ਮੈਂ ਹਜੇ ਵੀ ਉਹਦੇ ਜਾ ਕੇ ਘਰ ਕੱਪੜੇ ਪਾ ਲੈਂਦਾ, ਮੈਂ ਉਹਦੇ ਕੱਪੜੇ ਪਾ ਕੇ ਐਕਟਰ ਬਣਿਆ। ਮੈਂ ਉਹਨੂੰ ਆਪਣਾ ਭਰਾ ਵੀ ਸਮਝਦਾ, ਦੋਸਤ ਵੀ ਸਮਝਦਾ, ਪਿਓ ਵੀ ਸਮਝਦਾ, ਵੱਡਾ ਭਰਾ ਵੀ ਸਮਝਦਾ। ਹੈਂ ਅੱਜ ਪੰਜ ਮਿਲ ਸੀ ਸ਼ਰਟ ਪਾਈ। ਪਹਿਲੇ ਮੈਨੂੰ ਘਰ ਨਹੀਂ ਸੀ ਵਾੜਦੇ ਉਹ। ਜਿਸ ਤਰ੍ਹਾਂ ਮੇਰਾ ਕੰਮ ਚੱਲ ਗਿਆ, ਅਤੇ ਉਹਨਾਂ ਨੇ ਮੈਨੂੰ ਭਾਈ ਆਪੇ ਡੇਲੀ ਫੋਨ ਕਰਕੇ ਕਹਿਣਾ ਮੁੰਨੇ ਕਿੱਥੇ ਆ, ਫਲਾਣਾ ਇੱਥੇ ਆਏ ਇੱਥੇ। ਅਤੇ ਫਿਰ ਆਪਾਂ ਉਹਨਾਂ ਤੋਂ ਅਵਾਇਡ ਹੀ ਕੀਤਾ। ਆਪਾਂ ਨੇ ਕੀ ਜਿਹੜਾ ਔਖੇ ਵੇਲੇ ਕੰਮ ਨਹੀਂ ਆਉਂਦਾ, ਉਹ ਸੌਖੇ ਵੇਲੇ ਵੀ ਨਹੀਂ ਆਉਂਦਾ। ਮੈਂ ਨਾ ਭਾਈ ਜਾਨ ਝਾਲ 'ਤੇ ਬੈਠਾ ਸੀ। ਝਾਲ 'ਤੇ ਹੈਗਾ ਇੱਕ ਘੁੱਦੇ ਦਾ ਹੋਟਲ ਸੀ, ਉੱਥੇ ਬਹਿਦੇ ਸੀ ਸਾਰੇ ਦੋਸਤ। ਅਤੇ ਫੈਸਲ ਹਮੇ ਦਾ ਫੋਨ ਆਇਆ ਮੈਨੂੰ, ਕਹਿੰਦੇ ਯਾਰ ਇੱਦਾਂ ਦਾ ਸਜਾਦ ਭਾਈ ਉਹ ਜਿਨ੍ਹਾਂ ਨਾਲ 7 ਨਿਊਜ਼ 'ਤੇ ਸ਼ੋਅ ਕੀਤਾ ਸੀ, ਉਹ ਤੈਨੂੰ ਮਿਲਣਾ ਚਾਹੁੰਦੇ, ਅਤੇ ਉਹ ਪ੍ਰੋਗਰਾਮ ਕਰਾ ਰਿਹਾ। ਮੈਂ ਕਿਹਾ ਅੱਛਾ ਜੀ। ਉਹਨਾਂ ਨੇ ਇੱਦਾਂ ਹੀ ਪਲਾਨ ਬਣਾਏ ਮਾੜੇ, ਕਹਿੰਦੇ ਇੱਦਾਂ ਤੋਂ ਮੈਂ ਜੁਗਤਾਂ ਕਰਨੀਆਂ ਫਲਾਣਾ, ਅਤੇ ਇੱਦਾਂ ਹੀ ਅਸੀਂ ਫਿਰ 5 ਹਫ਼ਤੇ ਤੋਂ ਬਾਅਦ ਵੇਖਿਆ, ਅਤੇ ਉਹ ਪ੍ਰੋਗਰਾਮ ਭਾਈ ਹਾਈਲਾਈਟ ਹੋ ਗਿਆ। ਮੁੰਨਾ ਹੋ ਗਈ। ਸਜਾਦ ਭਾਈ ਦਾ ਨਾਂ ਹੋਇਆ, ਉਹਨਾਂ ਦੀ ਬਹੁਤ ਮਿਹਰਬਾਨੀ ਉਹਦੀ ਵਜ੍ਹਾ ਤੋਂ ਮੇਰਾ ਨਾਂ ਹੋਇਆ। ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਬਕਾਇਆ ਛੋਟੀਆਂ ਮੋਟੀਆਂ ਗੱਲਾਂ ਇਹ ਤਾਂ ਹੁੰਦੀਆਂ ਰਹਿੰਦੀਆਂ ਬੰਦੇ ਦੇ ਵਿੱਚ। ਬਕਾਇਆ ਹਜੇ ਵੀ ਮੇਰੇ ਉਸਤਾਦ ਨੇ, ਮੇਰੇ ਵੱਡੇ ਨੇ, ਮੇਰੇ ਪਿਓ ਮਮ ਜਾਨ ਨੇ। ਉਹ ਆਏ ਸੀ ਬੈਂਕ ਦੇ ਵਿੱਚ ਹਾਲ 'ਤੇ ਪੈਸੇ ਕਢਾਉਣ ਆਏ ਸੀ, ਅਤੇ ਭਾਈ ਮੈਂ ਉਹਨਾਂ ਨੂੰ ਆਵਾਜ਼ ਮਾਰੀ ਭਾਵੇਂ ਹੋਰ ਸੁਣਾਓ ਕਿਸ ਤਰ੍ਹਾਂ ਠੀਕ। ਉਹਨਾਂ ਨੇ ਮੇਰੀ ਸੁਣੀ ਨਹੀਂ। ਚਲੋ ਮੈਂ ਕਿਹਾ ਕੋਈ ਗੱਲ ਨਹੀਂ ਖੈਰ ਆ। ਅਸਦ ਭਾਈ ਆਏ ਸੀ, ਕ੍ਰਿਕਟਰ ਅਸਦ ਭਾਈ ਨੇ, ਅਸਦ ਭਾਈ ਉਹ ਅਸਦ ਅਲੀ ਉਹ ਆਏ ਸੀ। ਅਸੀਂ ਉਹ ਡਰਾਮਾ ਵੇਖਣ ਆਏ ਸੀ ਝਾਲ 'ਤੇ, ਇਕੱਠੇ ਨਾਸ਼ਤਾ ਕੀਤਾ। ਅਤੇ ਭਾਵੇਂ ਸਜਾਦ ਦਾ ਉੱਦਣ ਪ੍ਰੋਗਰਾਮ ਸੀ, ਭਾਵੇਂ ਕੋਈ 100-200 ਬੰਦਾ ਨਾ ਸਰ ਇੱਦਾਂ ਆਲੇ ਦੁਆਲੇ ਬੈਠਾ, ਅਤੇ ਮੈਂ ਉਹਨਾਂ ਦੇ ਪੈਰਾਂ ਨੂੰ ਹੱਥ ਲਾਇਆ। ਚੱਲ ਕਹਿੰਦੇ ਮੈਂ ਤੈਨੂੰ ਮਾफ़ ਕਰਤਾ। ਚਲੋ ਮੈਂ ਕਿਹਾ ਸਹੀ ਹੈ, ਸੁਲ੍ਹਾ ਹੋ ਗਈ, ਵੱਡੇ ਆ ਮੇਰੇ। ਅਤੇ ਉਸ ਤੋਂ ਬਾਅਦ ਉਹਨਾਂ ਨੇ ਫਲਾਣਾ ਗੱਲਾਂ ਕਰਕੇ ਮੁੰਨੇ ਨੇ ਮੇਰੇ ਨਾਲ ਸਲਾਮ ਨਹੀਂ ਲਏ, ਅਤੇ ਫਿਰ ਮੇਰਾ ਨਾ ਦਿਲ ਉਹਨਾਂ ਤੋਂ ਬਜ਼ਦਨ ਹੋ ਗਏ। ਅਤੇ ਇਸ ਕਰਕੇ ਉਹਨਾਂ ਨੇ ਉਸ ਤੋਂ ਬਾਅਦ ਮੈਨੂੰ ਲਿਆ ਹੀ ਨਹੀਂ ਪ੍ਰੋਗਰਾਮ ਦੇ ਵਿੱਚ। ਇਸ ਕਰਕੇ ਅਤੇ ਕੁਛ ਉਹਨਾਂ ਦੇ ਨਾਲ ਉਹਨਾਂ ਨੂੰ ਮੈਂ ਕਿਹਾ ਮੇਰੇ ਭਾਵੇਂ ਮੇਰੀ ਥੋੜ੍ਹੀ ਬਹੁਤੀ ਤਨਖਾਹ ਲਓ। ਝਾਲ ਦੇ ਕੋਈ ਗੁਲੂਕਾਰ ਆਬਾਦ ਲਈ
ਉਹਨਾਂ ਦੇ ਦਫ਼ਤਰ ਬਿਠਾਇਆ, ਉਹਨੂੰ ਚਾय ਸ਼ਾय ਪੀਤੀ, ਅਸੀਂ ਖਾਣਾ ਖੂਣਾ ਖਾਧਾ। ਉਹਨੇ ਕਿਹਾ ਸਜਾਦ ਸਾਹਿਬ ਤੁਸੀਂ ਮੁੰਨੇ ਦੀ ਨਾ ਤਨਖਾਹ ਲਓ। ਕਹਿੰਦੇ ਇੰਝ ਦੋਸਤਾਂ ਦੇ ਵਿੱਚ ਜੁਗਤਾਂ ਕਰਨੀਆਂ ਛੱਡ ਦੇ ਅਤੇ ਮੈਂ ਇਹਦੀ ਤਨਖਾਹ ਲਾ ਦਾਂਗਾ। ਚਲੋ ਉਹਨੇ ਕਿਹਾ ਜੁਗਤਾਂ ਨਹੀਂ ਕਰੇਗਾ, ਇਸ ਗੱਲ ਦੀ ਮੈਂ ਗਰੰਟੀ ਦਿੰਦਾ। ਕਹਿੰਦੇ ਚਲੋ ਮੈਂ ਇਹਨਾਂ ਨੂੰ 20-25 ਹਜ਼ਾਰ ਰੁਪਏ ਤਨਖਾਹ ਦੇ ਦਾਂਗਾ। ਅਤੇ ਇੱਦਾਂ ਕਰਕੇ ਗੱਲ ਹੋਈ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਫ਼ੋਨ ਨਹੀਂ ਕੀਤਾ ਅਤੇ ਮੈਂ ਉਹਨਾਂ ਨੂੰ ਨਹੀਂ ਫ਼ੋਨ ਕੀਤਾ। ਮੈਂ ਉਹਨਾਂ ਨੇ ਕੀਤੇ ਭਾਵੇਂ 4-5 ਪ੍ਰੋਗਰਾਮ। ਸਭ ਤੋਂ ਪਹਿਲੇ ਕੀਤਾ 7 ਨਿਊਜ਼ 'ਤੇ, ਫਿਰ 41 'ਤੇ ਕੀਤੇ ਸਾਰੇ। ਮੈਨੂੰ ਉਹਨਾਂ ਨੇ 3 ਸੂਟ ਲੈ ਕੇ ਦਿੱਤੇ ਅਤੇ ਜਿਹਦੇ ਕੋਲ ਕੱਪੜੇ ਸਿਲਾਈ ਕਰਕੇ ਉਹਦੇ ਪੈਸੇ ਦਿੱਤੇ। ਇਸ ਤੋਂ ਇਲਾਵਾ 1 ਰੁਪਈਆ ਨਹੀਂ ਮੈਨੂੰ ਦਿੱਤਾ। ਫੈਸਲਾਬਾਦ ਦਾ ਮੈਨੂੰ ਸਭ ਤੋਂ ਅੱਛਾ ਥੀਏਟਰ ਹੈ ਜਿਹੜਾ ਭਾਈ, ਉਹ ਸਬੀਨਾ ਸੈਲਮਾ ਲੱਗਦਾ ਬਸ, ਕਿਉਂਕਿ ਉਹ ਸਾਡੇ ਪ੍ਰੋਡਿਊਸਰ ਆ ਖਾਲਿਦ ਸਰਦਾਰ ਸਾਹਿਬ। ਉਹਨਾਂ ਨੇ ਬਹੁਤ ਆਲਾ ਬਣਾਇਆ। ਉੱਥੇ ਬਹੁਤ ਮਜ਼ਾ ਆਉਂਦਾ ਕੰਮ ਕਰਨ ਦਾ। ਮਾਈਕ ਲੱਗੇ ਬੰਦੇ ਦਾ ਜ਼ੋਰ ਨਹੀਂ ਲੱਗਦਾ ਉੱਥੇ। ਜੜ੍ਹਾਂ ਵਾਲੇ ਸੈਲਮਾਂ ਦੀ ਛੱਤ ਹੀ ਨਹੀਂ ਹੈ। ਅਤੇ ਬਸੰਤ ਹੋਵੇ ਉੱਥੇ, ਡਰਾਮਾ ਨਹੀਂ ਹੋਣਾ ਚਾਹੀਦਾ ਉੱਥੇ, ਬਸੰਤ ਹੋਣੀ ਚਾਹੀਦੀ ਹੈ ਕਿਉਂਕਿ ਉਹਦੀ ਛੱਤ ਹੀ ਨਹੀਂ ਹੈ। ਅਤੇ ਅਸੀਂ ਡਰਾਮਾ ਕਿੰਨੀ ਵਾਰੀ ਉੱਥੇ ਕਰਨ ਗਏ, ਕਿੰਨੇ 400-500 ਵਾਰੀ ਡਰਾਮਾ ਕਰਨ ਚਲੇ ਗਏ ਉੱਥੇ। ਬਾਰਿਸ਼ ਪੈ ਜਾਏ ਤਾਂ ਡਰਾਮਾ ਹੀ ਨਹੀਂ ਹੁੰਦਾ। ਅਤੇ ਸਰ ਮੈਂ ਸਕੂਲ ਜਾਂਦਾ ਸੀ, ਮੇਰਾ ਐਡਾ ਪੜ੍ਹਾਈ ਵੱਲ ਧਿਆਨ ਨਹੀਂ ਸੀ, ਉੱਧਰ ਹੀ ਧਿਆਨ ਸੀ ਜੁਗਤਾਂ ਵਾਲੀ। ਅਤੇ ਅੱਬੂ ਨੇ ਮੈਨੂੰ ਬੜਾ ਮਾਰਿਆ, ਸਾਰੇ ਘਰਦਿਆਂ ਨੇ ਮੈਨੂੰ, ਤੂੰ ਸਕੂਲੇ ਜਾਇਆ ਕਰ। ਨਹੀਂ ਮੈਂ ਨਹੀਂ ਧਿਆਨ ਕੀਤਾ। ਫਿਰ ਮੈਂ ਦੁਕਾਨ 'ਤੇ ਚਲਾ ਗਿਆ। ਸ਼ਾਲ 'ਤੇ ਸਾਡੀ ਪਰਾਠਿਆਂ ਵਾਲੀ ਦੁਕਾਨ ਹੁੰਦੀ ਸੀ। ਸਰ ਮੈਂ ਚਾਹੁੰਦਾ ਵਾਂ ਕਿ ਮੈਂ TV ਪ੍ਰੋਗਰਾਮ ਕਰਾਂ, ਜਿਸ ਤਰ੍ਹਾਂ ਕਿ ਕੈਸਰ ਪੀਆ ਸਾਹਿਬ, ਜ਼ਫਰੀ ਖਾਨ ਸਾਹਿਬ TV 'ਤੇ ਆ ਰਹੇ, ਇਸ ਤਰ੍ਹਾਂ ਹੀ ਮੇਰਾ ਮਾਲਕ ਮੇਰੀ ਸੁਣ ਲੈਣ। ਮੈਂ TV ਕਰਨਾ ਚਾਹੁੰਦਾ। ਥੀਏਟਰ ਥੂਟਰ 'ਚ ਕੋਈ ਨਹੀਂ, ਉੱਥੇ ਵਰਗਲ ਗੱਲਾਂ ਹੁੰਦੀਆਂ ਨੇ ਅਤੇ ਫਿਰ ਬੰਦੇ ਦਾ ਇਮੇਜ ਘੱਟਦਾ ਹੈ। ਫਿਰ ਜ਼ਫਰੀ ਖਾਨ ਸਾਹਿਬ ਬਹੁਤ ਮੇਰੇ ਪਿਆਰੇ, ਕੈਸਰ ਭਾਈ ਸਾਰੇ ਮੇਰੇ ਨਾਲ ਬਹੁਤ ਪਿਆਰ ਕਰਦੇ, ਕਿਉਂਕਿ ਮੈਂ ਦਿਲ ਦਾ ਸਾਫ਼ ਬੰਦਾ, ਉਹਨਾਂ ਨੂੰ ਪਤਾ ਵਾ, ਸਿੱਧਾ ਬੰਦਾ। ਮੈਨੂੰ ਕਹਿੰਦੇ ਤੂੰ ਸਿੱਧਾ ਬੰਦਾ ਵਾ। ਮੈਂ ਕਿਹਾ ਠੀਕ ਹੈ ਉਸਤਾਦ ਜੀ, ਕਿੱਦਾਂ ਹੁਣ ਮੈਂ ਸਿੱਧੇ ਰਸਤੇ ਫਿਲਮ ਵੇਖ ਲਾਂ। ਜ਼ਫਰੀ ਖਾਨ ਸਾਹਿਬ ਨੂੰ ਉਹਨਾਂ ਨੇ ਮੈਨੂੰ, ਅੱਲਾ ਉਹਨਾਂ ਦਾ ਭਲਾ ਕਰੇ, ਉਹਨਾਂ ਨੇ ਮੈਨੂੰ ਪਹਿਲੀ ਵਾਰੀ ਕਿਹਾ, ਉਹਨਾਂ ਨੇ ਸਬੀਨਾ ਸੈਲਮਾ ਉਹਨੇ ਕਿਹਾ ਯਾਰ ਤੂੰ ਨਾ ਮੈਨੂੰ 3-4 ਜੁਗਤਾਂ ਕਰਨੀਆਂ, ਵੀਡੀਓ ਬਣ ਰਿਹਾ। ਮੈਂ ਕਿਹਾ ਠੀਕ ਹੈ ਉਸਤਾਦ ਜੀ। ਬਾਹਰ ਨਿਕਲਿਆ, ਮੈਂ ਕਹਿੰਦਾ ਠੀਕ ਹੈ। ਮੈਂ ਕਿਹਾ ਹਾਂਜੀ। ਉਹਨਾਂ ਦੀ ਮਿਹਰਬਾਨੀ। ਕੈਸਰ ਪੀਆ ਸਾਹਿਬ, ਉਹਨਾਂ ਦੇ ਸ਼ਬੀਰ ਕਾਜ ਸਾਹਿਬ, ਉਹ ਮੈਨੂੰ ਜਿੱਥੇ ਵੀ ਉਹਨਾਂ ਦਾ ਪ੍ਰੋਗਰਾਮ ਹੋਵੇ ਤਾਂ ਮੈਨੂੰ ਨਾਲ ਲੈ ਕੇ ਜਾਂਦੇ ਕੰਪਨੀ ਦਾ। ਇੱਕ ਦਿਨ ਮੈਂ ਭਾਵੇਂ ਡਰਾਮੇ ਤੋਂ ਆਇਆ ਤਾਂ ਮੈਂ ਟੁੱਟੀ ਜਿਹੀ ਜੁੱਤੀ ਪਾਈ ਅਤੇ ਮਾੜੀ ਜਿਹੀ ਸ਼ਰਟ ਪਾਈ ਅਤੇ ਕੈਸਰ ਪੀਆ ਸਾਹਿਬ ਮੈਨੂੰ ਬੋਲਣ ਲੱਗ ਗਏ, ਕਹਿੰਦੇ ਜਾ ਉੱਥੋਂ ਇੱਕ ਪੈਂਟ ਸ਼ਰਟ ਅਤੇ ਜੁੱਤੀ ਲੈ ਗਿਆ। ਕਿਉਂਕਿ ਬੰਦੇ ਨੂੰ ਦੱਸਣਾ ਚਾਹੀਦਾ ਜਿਹਦਾ ਖਾਈਏ ਉਹਦਾ ਗਾਈਏ, ਕਿਉਂਕਿ ਉਹ ਸਾਡੇ ਵੱਡੇ ਭਰਾ ਨੇ, ਸਾਡੀ ਬਹੁਤ ਛੋਟੇ ਐਕਟਰਾਂ ਦੀ ਬਹੁਤ ਸਪੋਰਟ ਕਰਦੇ ਨੇ। ਮੇਰੀ ਇੱਕ ਬੜੀ ਜੁਗਤ ਮਸ਼ਹੂਰ ਹੋਈ। ਮੈਂ ਕਿਹਾ ਸਜਾਦ ਸਾਹਿਬ ਦੇ ਸ਼ੋਅ ਦੇ ਵਿੱਚ, ਮੈਂ ਕਿਹਾ ਗਟਰ 'ਤੇ ਖਲੋ ਕੇ ਰੋਈ ਜਾਵੇ, ਗਟਰ ਦੇ ਕੋਲ ਖਲੋ ਕੇ। ਮੈਂ ਕਿਹਾ ਕੀ ਹੋਇਆ? ਮੈਂ ਕਹਿੰਦਾ ਮੇਰੇ ਤੰਦੂਰ 'ਚ ਕੋਈ ਪਾਣੀ ਪਾ ਗਿਆ। ਮੈਂ ਕਿਹਾ ਸਿਰ 'ਤੇ ਛਾਪਰ ਪਾ ਕੇ ਨਹਿਰ 'ਤੇ ਨਹਾਈ ਜਾਵੇ। ਮੈਂ ਕਿਹਾ ਕੀ ਹੋਇਆ? ਕਹਿੰਦਾ ਮੇਰੀ ਅਕਲ 'ਚ ਪਾਣੀ ਪੈ ਗਿਆ। ਕਹਿੰਦਾ ਉੱਦਾਂ ਮੈਂ ਨਹਾਵਾਂ ਮੇਰੀ ਅਕਲ 'ਚ ਪਾਣੀ ਪੈ ਜਾਂਦਾ। ਮੇਰੀ ਬੜੀਆਂ ਜੁਗਤਾਂ ਮਸ਼ਹੂਰ ਹੋਈਆਂ। ਕਹਿੰਦਾ ਆਪਣੇ ਅੱਬੇ ਦੀ ਕਬਰ 'ਤੇ ਫੁੱਲ ਪਾਉਣ ਗਿਆ ਅਤੇ ਸ਼ਰਾਬ ਪੀਤੀ, ਰਸਤੇ ਸਪੀਡ ਬ੍ਰੇਕਰ 'ਤੇ ਪਾਇਆ। ਕਹਿੰਦਾ ਹੈ ਕਿ ਤੇਰੇ ਭਰਾ ਨੇ ਵੱਡੀ ਕੁਰਬਾਨੀ ਕਰਨੀ। ਕਹਿੰਦਾ ਮੈਂ ਜਾ ਕੇ ਵੇਖਿਆ ਅਤੇ ਆਪਣੇ ਪੀਰਾਂ ਦੇ ਜਾ ਕੇ ਉੱਥੇ ਮੌਤ ਦੇ ਖੂਹ 'ਚ ਕੈਨਾ ਪਵਾ ਰਹੇ। ਕਹਿੰਦਾ ਇਹਦੇ ਵੱਡੀ, ਅਤੇ ਕਹਿੰਦੇ ਤੇਰੇ ਭਰਾ ਕੁਰਬਾਨੀ ਕਰ ਰਿਹਾ, ਸਾਰੇ ਆਪਣੇ ਯਾਰ ਦੋਸਤ ਵੇਖਣਗੇ ਨੇ ਐਡੀ ਵੱਡੀ ਕੁਰਬਾਨੀ ਕੀਤੀ। ਅਤੇ ਕੰਧ 'ਤੇ ਵਿਹੜਾ ਬਣਾ ਕੇ ਨਾ ਅਤੇ ਸੈਂਟਰ 'ਚ 2 ਇੱਟਾਂ ਕਰ ਲਾਓ, ਬੜਾ ਲਾਓ। ਉਹ ਜਿਹੜਾ ਕਨਾਤ ਪਾਰਕ ਲਾੜਾ ਵਿਹੜਾ ਖਲੋਤਾ, ਲਾੜਾ ਕਹਿ ਤਾ ਮੈਂ, ਵਿਹੜਾ ਕਹਿਣਾ ਸੀ। ਉਹ ਵੀ ਭਾਵੇਂ ਮੈਂ ਲਿਆ ਸੀ, ਉਹ ਮੈਂ ਸਰਦੀ 'ਚ ਲਿਆ ਸੀ, ਉੱਥੇ ਜੰਮ ਗਿਆ। ਉਹ ਕਿਤੇ ਤੁਰਨ ਫਿਰਨ ਜੋਗਾ ਰਿਹਾ ਹੀ ਨਹੀਂ। ਚਲੋ ਗਾਣਾ ਤੁਹਾਨੂੰ ਸੁਣਾ ਦਿੰਦੇ ਹਾਂ, ਪਹਿਲਾਂ ਮੈਨੂੰ ਨਹਾ ਲੈਣ ਦਿਓ। ਤੁਹਾਡੇ ਵੀ ਜ਼ੇਨ ਤੇ ਵਾਲ ਹੈ ਹੀ ਨਹੀਂ। ਤੁਹਾਨੂੰ ਅੱਲਾ ਨੇ ਬੜੀ ਦੇਰ ਦਾ ਚੁੱਕ ਲੈਣਾ, ਵਾਲਾਂ ਨੂੰ ਨਹੀਂ ਹੱਥ ਪੈ ਰਿਹਾ।
11 ਵਜੇ ਰੋਕ ਕੇ ਕਹਿੰਦੇ ਕੱਢਦੀ ਜੋ ਕੁਛ ਹੈਗਾ ਉਹਨਾਂ ਨੇ ਕੱਢੀ ਲਾਸ਼ ਦੇ ਮੁੰਡੇ ਤੇ ਰੱਖ ਕੇ ਕਹਿੰਦੇ ਜਾ ਲਾਏ। ਇਮਰਾਨ ਹੋਟਲ ਤੇ ਗਏ ਕਹਿੰਦੇ ਕੀ ਪੱਕਾ ਉਹ ਕਹਿੰਦੇ ਅਰਬੀ ਤੇ ਪੈਕ ਕਰਾ ਕੇ ਚੁੰਮ ਕੇ ਸ਼ਟਰ ਤੇ ਰੱਖ। ਫਿਰ ਇਮਰਾਨ ਹੋਟਲ ਤੇ ਗਏ ਕਹਿੰਦੇ ਕੀ ਪੱਕਾ ਕਹਿੰਦੇ ਬੱਕਰਾ ਤੇ ਦਸਾਂ ਦੇ ਪੱਠੇ ਲਿਆ ਕੇ ਪਤੀਲੇ ਅੱਗੇ ਬਹਿ ਗਏ। ਕਹਿੰਦੇ ਜਾਨਵਰ ਨੂੰ ਖਵਾਉਣਾ ਸਵਾਬ। ਗਾਣਾ ਤੁਹਾਨੂੰ ਸੁਣਾ ਦਿੰਨੇ। ਜਲਾਈ ਨਾਮੇ ਤੇਰੇ ਜਿੰਦ ਅਜ ਸੋਹਣਿਆ ਸਾ ਮੇਰੇ ਡੋਲ ਗਏ ਭੁੱਲ ਅਜ ਬੋਲ ਪੇ ਜਲਾਈ ਨਾਮੇ ਤੇਰੇ ਜਿੰਦ ਅਜ ਸੋਹਣਿਆ ਤਨ ਦਾ ਸੋਨਾ ਮਨ ਦੀ ਚਾਂਦੀ ਹੁਣ ਨਹੀਂ ਸੱਜਣਾ ਸਾਂਭੀ ਜਾਂਦੀ ਕਾਨੂੰ ਤਰ ਸੋਨਾ ਏ ਦਸ ਕੀ ਚੋਨਾ ਏ ਜਲਾਈ ਨਾਵੇਂ ਤੇਰੇ ਜਿੰਦ ਅੱਜ ਸੋਹਣਿਆ ਜਲਾਈ ਨਾਵੇਂ। ਹੁਣ ਮੈਂ ਤੁਹਾਨੂੰ ਇੱਕ ਗਾਣਾ ਸੁਣਾਵਾਂਗਾ। ਮੈਂ ਆਪ ਫਨੀ ਬਣਾਇਆ ਸੀ ਗਾਣਾ। ਇੱਕ ਬੰਦਾ ਹੁੰਦਾ ਤੇ ਉਹ ਆਪਣੀ ਬੁੱਢੀ ਦੇ ਪੈਸੇ ਖਾ ਜਾਂਦਾ। ਆਪਣੀ ਬੁੱਢੀ ਦੇ ਪੈਸੇ ਖਾ ਜਾਂਦਾ ਤੇ ਉਹਦੀ ਬੁੱਢੀ ਕੀ ਉਹਨੂੰ ਕਹਿ ਰਹੀ ਮੋੜ ਦੇ ਤੂੰ ਮੇਰੇ ਪੈਸੇ ਮੋੜ ਦੇ ਵਾਸਤੇ ਖੁਦਾਈ ਦੇ ਮੇਰੀ ਕਮਾਈ ਮੈਨੂੰ ਮੋੜ ਦੇ ਤੂੰ ਮੇਰੇ ਪੈਸੇ ਮੋੜ ਦੇ। ਉਹਦੀ ਬੁੱਢੀ ਕਿਹਨੂੰ ਕਹਿ ਰਹੀ ਕੀਤਾ ਸੀ ਮੈਂ ਪਿਆਰ ਕੋਈ ਡਾਕਾ ਨਹੀਂ ਸੀ ਮਾਰਿਆ ਦਸ ਵੇ ਅਤਾਇਆ ਮੇਰਾ ਪੈਸਾ ਕਿਉਂ ਜਾੜਿਆ ਜਾਣਨਾ ਏ ਤੂੰ ਮੇਰੀ ਰੋਜ਼ੀ ਹਵਾਈ ਮੈਨੂੰ ਮੋੜ ਦੇ ਤੂੰ ਮੇਰੇ ਪੈਸੇ